ਅੱਜ ਦਾ ਇਹ ਪਾਵਨ ਮਹਾਂਵਾਕ ਟੋਡੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 711 ਤੇ 12 ਅੰਗ ਤੇ ਇਹ ਸੁਭਾਏਮਾਨ ਹੈ। ਸਤਿਗੁਰੂ ਜੀ ਪ੍ਰਥਮ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੇ, ਜਾਕੋ ਓਟ ਤੁਹਾਰੀ। ਸਤਿਗੁਰੂ ਜੀ ਸਮਝਾਉਂਦੇ ਨੇ, ਭਾਈ ਪਰਿਪੂਰਨ ਪਰਮਾਤਮਾ ਨੂੰ ਵਿਸਾਰ ਦੇਣ ਨਾਲ ਮਨੁੱਖ ਨੂੰ ਖੁਆਰੀ ਮਿਲਦੀ ਹੈ, ਭਾਵ ਬੇਪਤੀ ਹੀ ਹੁੰਦੀ ਹੈ। ਜੋ ਮਾਲਕ ਨੂੰ ਵਿਸਾਰ ਦਿੱਤਾ, ਉਸ ਮਨੁੱਖ ਨੂੰ ਕੇਵਲ ਬੇਪਤੀ ਤੋਂ ਸਿਵਾਏ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਪਰ ਉਹਨਾਂ ਨੂੰ ਇਹ ਧੋਖਾ ਨਹੀਂ ਵਿਆਪਦਾ ਜਿਹੜੇ ਉਸ ਪਰਿਪੂਰਨ ਪਰਮਾਤਮਾ ਦਾ ਆਸਰਾ ਲੈ ਲੈਂਦੇ ਹਨ ਤੇ ਉਹਦੇ ਆਸਰੇ ਵਿੱਚ ਜੀਉਂਦੇ ਨੇ। ਉਹਨਾਂ ਨੂੰ ਮਾਇਆ ਦੇ ਹੱਥੋਂ ਇਹ ਬੇਪਤੀ ਨਹੀਂ ਸਹਿਣ ਕਰਨੀ ਪੈਂਦੀ। ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਭਾਈ ਉਸ ਪਰਿਪੂਰਨ ਪਰਮਾਤਮਾ ਨੂੰ ਸਦੀਵੀ ਕਾਲ ਆਪਣੇ ਹਿਰਦੇ ਵਿੱਚ ਵਸਾ, ਉਹਨੂੰ ਚੇਤੇ ਕਰ, ਕਿਉਂਕਿ ਉਸ ਨੂੰ ਸਿਮਰਨ ਕਰਨ ਤੋਂ ਬਗੈਰ ਜੀਵਨ ਕੁਝ ਵੀ ਨਹੀਂ ਹੈ। ਸਾਹਿਬ ਅਗਲੀ ਪੰਕਤੀ 'ਚ ਕਹਿੰਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਸਭ ਤੋਂ ਵੱਡੀ ਉਮਰ ਸੱਪਾਂ ਵਿੱਚੋਂ ਅਜਗਰ ਸੱਪ ਦੀ ਮੰਨੀ ਗਈ ਹੈ। ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਬਹੁਤ ਵੱਡੀ ਲੰਮੀ ਉਮਰ ਵੀ ਬਤੀਤ ਕਰੇ, ਭੋਗੇ, ਔਰ ਉਸ ਜੀਵਨ ਵਿੱਚ ਪ੍ਰਭੂ ਦਾ ਸਿਮਰਨ ਨਹੀਂ ਹੈ, ਚਿੰਤਨ ਨਹੀਂ ਹੈ, ਤੇ ਮਹਾਰਾਜ ਕਹਿੰਦੇ ਨੇ ਫਿਰ ਤੂੰ ਇੰਜ ਸਮਝ ਕਿ ਕੇਵਲ ਤੇ ਕੇਵਲ ਅਜਗਰ ਸੱਪ ਵਾਲਾ ਹੀ ਜੀਵਨ ਬਤੀਤ ਕਰ ਰਹੇ हैं, ਹੋਰ ਕੁਛ ਵੀ ਨਹੀਂ। ਕਿਉਂ? ਸਿਮਰਨ ਤੇ ਹੈ ਨਹੀਂ, ਬੰਦਗੀ ਤੇ ਹੈ ਨਹੀਂ। ਜਿਤਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਸ਼ੂ ਪਕਸ਼ੀਆਂ ਦੇ, ਜੀਵ ਜੰਤੂਆਂ ਦੇ ਉਦਾਹਰਣ ਦਿੱਤੇ ਨੇ, ਉਹ ਕਿਸੇ ਜੀਵ ਜੰਤੂਆਂ ਨੂੰ, ਪਸ਼ੂ ਪਕਸ਼ੀਆਂ ਨੂੰ ਸਮਝਾਉਣ ਵਾਸਤੇ ਨਹੀਂ ਦਿੱਤੇ, ਉਹ ਮਨੁੱਖ ਨੂੰ ਸਮਝਾਉਣ ਵਾਸਤੇ ਦਿੱਤੇ ਨੇ ਕਿ ਇਹ ਮਨੁੱਖ ਦੇਖ, ਤੇਰੇ ਨਾਲੋਂ ਤੇ ਇਹ ਜੀਵ ਜੰਤੂ ਹੀ ਚੰਗੇ ਹਨ। ਜੇ ਗੁਰੂ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਦੇਖ ਤੇਰੇ ਨਾਲੋਂ ਤੇ ਸਵਾਨ ਚੰਗਾ ਹੈ, ਉਹ ਕੂਕਰ ਚੰਗਾ ਹੈ। ਭਾਵੇਂ ਮਾਲਕ ਕਿੰਨਾ ਮਰਜ਼ੀ ਉਸ ਨੂੰ ਮਾਰੇ, ਪਰ ਕਦੀ ਮਾਲਕ ਦਾ ਦਰ ਛੱਡ ਕੇ ਕਿਸੇ ਦੂਸਰੇ ਦੇ ਬੂਹੇ ਤੇ ਨਹੀਂ ਜਾ ਕੇ ਬੈਠਦਾ। ਮਾਲਕ ਜਿਤਨਾ ਮਾਰੇ, ਮਾਲਕ ਦੇ ਪੈਰ ਚੱਟਦਾ ਹੈ, ਉਹ ਥੱਲੇ ਡਿੱਗ ਪੈਂਦਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਦੇਖ ਤੇਰੇ ਨਾਲੋਂ ਤੇ ਸਵਾਨ ਅੱਛਾ ਹੈ ਜੇ ਤੂੰ ਪ੍ਰਭੂ ਦੀ ਬੰਦਗੀ ਨਹੀਂ ਕਰਦਾ। ਬਵੀਆ ਦਾ ਦ੍ਰਿਸ਼ਟਾਂਤ ਦਿੰਦੇ ਹਨ, ਚੰਦ ਚਕੋਰ ਦਾ ਦ੍ਰਿਸ਼ਟਾਂਤ ਦਿੰਦੇ ਨੇ, ਚੱਕਵੀ ਜਿਉ ਨਿਸ ਬਿਸਰੇ, ਆਏ ਮਿਲੇ ਪ੍ਰਭਾਤ, ਜੋ ਨਰ ਬਿਸਰੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਬਬੀਹੇ ਦਾ ਦ੍ਰਿਸ਼ਟਾਂਤ ਦੇ ਕਰਕੇ ਆਪ ਕਹਿੰਦੇ ਨੇ, ਦੇਖ ਬਬੀਆ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਭਾਵੇਂ ਸਮੁੰਦਰ ਭਰੇ ਹੋਏ ਨੇ ਪਾਣੀ ਦੇ, ਭਾਵੇਂ ਸਾਗਰ ਭਰੇ ਹੋਏ ਨੇ, ਤਲਾਬ ਭਰੇ ਨੇ, ਸਾਰੇ ਪਾਸੇ ਬਰਸਾਤ ਹੋ ਰਹੀ ਹੈ, ਪਰ ਬਬੀਆ ਇੱਕ ਸਵਾਂਤੀ ਬੂੰਦ ਵਾਸਤੇ ਹੀ ਤਰਸਦਾ ਹੈ, ਉਹਦੀ ਮੰਗ ਕਰਦਾ ਹੈ, ਉਸੇ ਨੂੰ ਚੇਤੇ ਕਰਦਾ ਹੈ, ਉਸੇ ਨੂੰ ਯਾਦ ਕਰਕੇ ਉਸ ਮਾਲਕ ਅੱਗੇ ਪੁਕਾਰ ਕਰਦਾ ਹੈ। ਸਾਹਿਬ ਕਹਿੰਦੇ ਨੇ, ਤੂੰ ਮਨੁੱਖ ਹੈ, ਤੂੰ ਇਨਸਾਨ ਹੈ, ਤੈਨੂੰ ਤੇ ਸਾਰੀ ਚੀਜ਼ਾਂ ਦੀ ਸਮਝ ਹੋਣੀ ਚਾਹੀਦੀ ਹੈ ਕਿ ਇਤਨਾ कीमती जीवन लेकर के तू संसार विच आया,
ਪਰ ਇਸ ਕੀਮਤੀ ਜੀਵਨ ਨੂੰ ਪ੍ਰਾਪਤ ਕਰਕੇ ਤੂੰ ਆਪਣੇ ਜੀਵਨ ਵਿੱਚ ਕੀਤਾ ਕੀ? ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਫਰੀਦਾ ਬਾਰ ਪਰਾਈਏ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ। ਇਹੋ ਜਿਹਾ ਮੈਨੂੰ ਜੀਵਨ ਨਹੀਂ ਚਾਹੀਦਾ ਜੇ ਮੈਂ ਤੇਰੇ ਦਰ ਤੋਂ ਛੱਡ ਕੇ ਕਿਧਰੇ ਹੋਰ ਪਾਸੇ ਭਟਕਾਂ, ਵਿਕਾਰਾਂ ਵਿੱਚ ਪਵਾਂ, ਤੈਨੂੰ ਛੱਡ ਕੇ ਸੰਸਾਰ ਦੇ ਮੋਹ ਮਾਇਆ ਵਿੱਚ ਭਟਕ ਜਾਵਾਂ, ਤਾਂ ਫਿਰ ਇਹੋ ਜਿਹਾ ਜੀਵਨ ਪਰਮਾਤਮਾ ਮੈਨੂੰ ਨਹੀਂ ਚਾਹੀਦਾ। ਮਨੁੱਖਾ ਜੀਵਨ ਸਭ ਤੋਂ ਸ੍ਰੇਸ਼ਟ ਜਨਮ ਹੈ, ਸਭ ਤੋਂ ਸ੍ਰੇਸ਼ਟ ਜੀਵਨ ਹੈ। ਕਈ ਜਨਮਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਪਰਮਾਤਮਾ ਸਾਨੂੰ ਸਫਲ ਕਰਨ ਵਾਸਤੇ ਦਿੰਦਾ ਹੈ। ਜਦੋਂ ਮਨੁੱਖ ਆਪਣੇ ਜੀਵਨ ਵਿੱਚ ਬੰਦਗੀ ਕਰਕੇ ਆਪਣੇ ਇਸ ਜੀਵਨ ਨੂੰ ਸਫਲ ਕਰ ਲੈਂਦਾ ਹੈ ਤਾਂ ਪਰਮੇਸ਼ਰ ਉਹਨੂੰ ਆਪਣੇ ਖਜ਼ਾਨੇ ਵਿੱਚ ਰੱਖ ਲੈਂਦੇ ਨੇ। ਜਦੋਂ ਫਿਰ ਲੋੜ ਹੁੰਦੀ ਹੈ ਸੇਧ ਦੇਣ ਵਾਸਤੇ ਜਗਤ ਵਿੱਚ, ਐਸੀ ਰੂਹਾਂ ਨੂੰ ਫਿਰ ਜਗਤ ਵਿੱਚ ਭੇਜਿਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਅਵਤਾਰੀ ਪੁਰਸ਼ ਕਹਿੰਦੇ ਹਾਂ। ਇਹ ਉਹ ਰੂਹਾਂ ਹੁੰਦੀਆਂ ਨੇ ਜਿਹਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ, ਆਪ ਮੁਕਤ ਮੁਕਤ ਕਰੇ ਸੰਸਾਰ। ਇਹ ਆਪ ਮੁਕਤ ਹੁੰਦੀਆਂ ਹਨ, ਕੇਵਲ ਮੁਕਤ ਕਰਨ ਵਾਸਤੇ, ਮੁਕਤੀ ਦਾ ਰਾਹ ਦੱਸਣ ਵਾਸਤੇ ਜਗਤ ਵਿੱਚ ਆਉਂਦੀਆਂ ਨੇ। ਇਹਨਾਂ ਨੂੰ ਆਪਣੀ ਮੁਕਤੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਭਗਤ ਹੈ ਜੋ ਭਗਤੀ ਕਰਕੇ ਮੁਕਤੀ ਦਾ ਮਾਰਗ ਪ੍ਰਾਪਤ ਕਰਦਾ ਹੈ। ਇੱਕ ਸੰਸਾਰੀ ਹੈ, ਪਰਮਾਤਮਾ ਦੀ ਬੰਦਗੀ ਕਰਕੇ ਮੁਕਤੀ ਹਾਸਲ ਕਰਦਾ ਹੈ। ਜਦੋਂ ਉਹ ਰੂਹ ਪਰਿਪੂਰਨ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਫਿਰ ਉਸ ਰੂਹ ਨੂੰ ਪਰਮਾਤਮਾ ਆਪਣੇ ਖਜ਼ਾਨੇ ਵਿੱਚ ਰੱਖਦੇ ਨੇ, ਉਹਨਾਂ ਰੂਹਾਂ ਨੂੰ ਭੇਜਦੇ ਨੇ। ਫਿਰ ਉਹਨਾਂ ਨੂੰ ਅਸੀਂ ਅਵਤਾਰੀ ਪੁਰਸ਼ ਕਹਿੰਦੇ ਹਾਂ, ਜੋ ਜੀਵਨ ਸਫਲ ਕਰਕੇ ਇਸ ਜਗਤ ਵਿੱਚੋਂ, ਸੰਸਾਰ ਵਿੱਚੋਂ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਜੇ ਤੂੰ ਪਰਮਾਤਮਾ ਦੀ ਯਾਦ ਤੋਂ ਬਗੈਰ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ, ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਧਿਰਗ ਜੀਵਨ ਨਹੀਂ ਰਹਿਣਾ। ਆਖਰ ਰਹਿਣਾ ਤਾਂ ਇੱਥੇ ਕਿਸੇ ਨੇ ਨਹੀਂ, ਇਹ ਤੇ ਸਭ ਨੂੰ ਪਤਾ ਹੈ। ਜੇ ਸਾਡਾ ਜਨਮ ਮੌਜੂਦ ਹੈ ਤਾਂ ਇੱਕ ਦਿਨ ਮਰਨ ਵੀ ਸਾਡਾ ਮੌਜੂਦ ਹੈ। ਇਸ ਕਰਕੇ ਗੁਰਬਾਣੀ ਕਹਿੰਦੀ, ਪਹਿਲਾ ਮਰਨ ਕਬੂਲ, ਮਰਨ ਤੋਂ ਹੀ, ਮਰਨ ਨੂੰ ਚੇਤੇ ਕਰੇਗਾ ਤਾਂ ਹੀ ਤੈਨੂੰ ਰੱਬ ਚੇਤੇ ਆਵੇਗਾ। ਕੋਈ ਮਨੁੱਖ ਜੀਵਨ ਤੋਂ ਰੱਬ ਨੂੰ ਚੇਤੇ ਨਹੀਂ ਕਰਦਾ, ਮੌਤ ਦੇ ਭੈ ਤੋਂ ਹੀ ਰੱਬ ਨੂੰ ਚੇਤੇ ਕਰਦਾ ਹੈ। ਜਿਹਨੂੰ ਪਰਮਾਤਮਾ ਦੇ ਇਸ ਭੈ ਦਾ ਅਦਬ ਨਹੀਂ, ਆਪਣੀ ਮੌਤ ਦਾ ਭੈ ਨਹੀਂ, ਇਹ ਕਦੀ ਵੀ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਇਹ ਜਗਤ ਤੋਂ ਨਿਰਾਸ਼ ਨਹੀਂ ਹੋਇਆ, ਰੱਬ ਦੀ ਤਲਾਸ਼ ਨਹੀਂ ਕਰੇਗਾ। ਆਦੇ ਤੇ ਜਗਤ ਹੀ ਬੜਾ ਚੰਗਾ ਲੱਗਦਾ ਹੈ। ਬਾਦਸ਼ਾਹ ਅਕਬਰ ਨੇ ਇਹ ਗੱਲ ਕਹਿ ਦਿੱਤੀ ਸੀ, ਰੋਜ਼ ਨੋ ਬਹਾਰ ਮੇਂ ਆਲਮ ਦੁਬਾਰਾ ਨੇਸਤ। ਉਹ ਕਹਿੰਦਾ ਹੈ ਬੜਾ ਰੰਗ ਹੈ, ਬੜੇ ਰਸ ਨੇ, ਬੜੇ ਰੰਗ ਰਲੀਆਂ ਹਨ, ਬੜੀ ਖੁਸ਼ੀ ਹੈ, ਬੜਾ ਇੱਥੇ ਆਨੰਦ ਹੈ, ਰਸ ਹੈ। ਆਖਰ ਸਾਰੀਆਂ ਚੀਜ਼ਾਂ ਵਿੱਚ ਇੱਕ ਰਸ ਹੀ ਹੈ ਨਾ। ਕੂੜ ਬੋਲਣਾ ਵੀ ਇੱਕ ਰਸ ਹੈ, ਕੂੜ ਸੁਣਨਾ ਵੀ ਇੱਕ ਰਸ ਹੈ। ਜਿੱਥੇ ਸੰਸਾਰ ਦੇ ਅੰਦਰ ਮਨੁੱਖ ਪਦਾਰਥਾਂ ਦਾ ਰਸ ਮਾਣਦਾ ਹੈ, ਉੱਥੇ ਗੀਤ ਸੰਗੀਤ ਇਤਿਆਦਿਕ ਇਹਨਾਂ ਦਾ ਵੀ ਇੱਕ ਆਪਣਾ ਰਸ ਹੈ। ਤੋ ਇਤਨਾ ਰਸ ਮੌਜੂਦ ਹੈ ਦੁਨੀਆ ਦੇ ਅੰਦਰ ਕਿ ਮਨੁੱਖ ਇਹਨਾਂ ਰਸਾਂ ਵਿੱਚ ਫਸ ਕੇ ਪਰਮਾਤਮਾ ਦਾ ਮਹਾਰਸ ਨਾਮ ਰਸ ਉਸ ਨੂੰ ਨਹੀਂ ਪ੍ਰਾਪਤ ਕਰਦਾ। ਤੇ ਇਸ ਖਾਲੀ ਸੰਸਾਰ ਤੋਂ, ਇਸ ਝੂਠੇ ਰਸ ਰੰਗਲੀਆਂ ਰੰਗ ਰਲੀਆਂ ਵਿੱਚੋਂ ਆਪਣਾ ਜੀਵਨ ਬਤੀਤ ਕਰਕੇ ਖਾਲੀ ਹੱਥ ਚਲਾ ਜਾਂਦਾ ਹੈ। ਦੁਨਿਆਵੀ ਧਨ ਤੇ ਬੜਾ ਇਕੱਠਾ ਕੀਤਾ, ਪਰ ਨਾਮ ਦੇ ਧਨ ਵਾਸਤੇ ਕੁਝ ਵੀ ਨਹੀਂ ਕੀਤਾ। ਅੱਗੇ ਵਾਸਤੇ ਇਸਨੇ ਕੁਝ ਨਹੀਂ ਸੋਚਿਆ। ਆਪਣੇ ਸਰੀਰਕ ਜੀਵਨ ਵਾਸਤੇ ਤੇ ਬਹੁਤ ਕੁਝ ਇਕੱਠਾ ਕੀਤਾ, ਭਾਵੇਂ 7 ਜਨਮ ਵੀ ਲੈ ਲਵੇ ਤਾਂ ਵੀ ਨਹੀਂ ਮੁੱਕੇ, ਇਤਨਾ ਵੀ ਇਕੱਠਾ ਕੀਤਾ ਹੈ। ਪਰ ਅੱਗੇ ਜਨਮ ਵਾਸਤੇ ਇਸਨੇ ਕੱਖ ਵੀ ਨਹੀਂ ਕੀਤਾ, ਕੁਝ ਨਹੀਂ ਕੀਤਾ। ਸਾਹਿਬ ਕਹਿੰਦੇ ਨੇ, ਨਾਮ ਤੋਂ ਬਗੈਰ ਜੀਵਨ ਇੰਜ ਸਮਝ ਜਿਵੇਂ ਇੱਕ ਅਜਗਰ ਸੱਪ ਦਾ ਜੀਵਨ ਹੈ, ਔਰ ਕੁਝ ਵੀ ਨਹੀਂ, ਇਸ ਤੋਂ ਅੱਗੇ ਕੁਝ ਵੀ ਨਹੀਂ ਹੈ ਜੀਵਨ। ਮਾਨੋ ਮਨੁੱਖ
ਅਗਰ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ ਉਸਦੀ, ਤਾਂ ਮਨੁੱਖ ਕੇਵਲ ਤੇ ਕੇਵਲ ਇੱਕ ਜੀਵ ਜੰਤੂ ਦੀ ਤਰ੍ਹਾਂ ਹੀ ਹੈ, ਆਮ ਜੀਵਾਂ ਵਾਂਗੂ ਹੀ ਹੈ, ਔਰ ਕੁਛ ਨਹੀਂ ਹੈ। ਇਹਦੀ ਮਹਾਨਤਾ ਹੀ ਤਾਂ ਹੈ ਜੇ ਆਪਣੇ ਜੀਵਨ ਵਿੱਚ ਉਸ ਮਾਲਕ ਨੂੰ ਚੇਤੇ ਕਰੇ, ਕਿਉਂਕਿ ਇੱਕੋ ਇੱਕ ਜੀਵਨ ਹੈ ਜਿਸ ਵਿੱਚ ਰਹਿ ਕੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਕੋਈ ਪਸ਼ੂ ਆਪਣੇ ਜਨਮ ਦੇ ਅੰਦਰ ਪ੍ਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦੇ, ਪਰ ਮਨੁੱਖਾ ਜੀਵਨ ਧਾਰਨ ਕਰਕੇ ਉਹ ਰੱਬ ਤੱਕ ਪਹੁੰਚ ਸਕਦੇ ਹਨ, ਰੱਬ ਤੱਕ ਮਿਲ ਸਕਦੇ ਹਨ। ਤਾਂ ਸਾਹਿਬ ਕਹਿੰਦੇ ਨੇ ਨਾਮ ਤੋਂ ਬਗੈਰ ਤੇ ਇੰਜ ਜੀਵਨ ਹੈ ਜਿਵੇਂ ਸੱਪ ਦਾ ਜੀਵਨ। ਫਿਰ ਸਾਹਿਬ ਅਗਲੀ ਪੰਕਤੀ 'ਚ ਕਹਿੰਦੇ ਨੇ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਹਾਰੀ। ਪਰ ਜੇ ਤੂੰ 9 ਖੰਡਾਂ ਦਾ ਵੀ ਰਾਜ ਕਮਾ ਲਵੇਂ, ਇੰਨਾ ਕੁਛ ਵੀ ਤੇਰੇ ਕੋਲ ਹੋਵੇ, ਪਰ ਪਾਤਸ਼ਾਹ ਕਹਿੰਦੇ ਨੇ ਅਖੀਰ ਵੇਲੇ ਤੇ ਤੇਰੇ ਹੱਥ ਵਿੱਚ ਕੁਛ ਨਹੀਂ ਹੋਵੇਗਾ ਨਾ, ਕਿ ਇਹ 9 ਖੰਡ ਦਾ ਰਾਜ ਤੇਰੇ ਨਾਲ ਜਾਏਗਾ। ਇਸ ਧਰਤੀ, ਇਸ ਮਕਾਨ, ਇਸ ਘਰ ਨੂੰ ਤੂੰ ਨਾਲ ਲੈ ਕੇ ਤੁਰੇਗਾ, ਕੀ ਜਾਏਗਾ ਤੇਰੇ ਨਾਲ? ਤੇਰੇ ਨਾਲ ਤੇ ਸਰੀਰ ਨੇ ਵੀ ਨਾਲ ਨਹੀਂ ਜਾਣਾ। ਇਹ ਸਰੀਰ ਵੀ ਤੇਰਾ ਸ਼ਮਸ਼ਾਨ ਘਾਟ ਤੱਕ ਜਾਏਗਾ, ਅੱਗੇ ਤੇਰੇ ਨਾਲ ਇਹ ਸਰੀਰ ਨੇ ਵੀ ਨਹੀਂ ਜਾਣਾ। ਜਿਸ ਦਾ ਮਾਣ ਕਰਦਾ ਫਿਰਦਾ ਹੈ ਉਹਨੇ ਕਿੱਥੇ ਨਾਲ ਚਲੇ ਜਾਣਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅੰਤ ਵੇਲੇ ਤੂੰ ਹਾਰ ਕੇ ਖਾਲੀ ਹੱਥ ਚਲਾ ਜਾਏਗਾ। ਭਾਈ ਕੋਈ ਮਨੁੱਖ ਫਿਰ ਕੀ ਕਰਦਾ ਹੈ, ਗੁਣ ਨਿਦਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਤਾਰੀ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਉਹ ਗੁਣਾਂ ਦੇ ਖਜ਼ਾਨੇ ਪਰਿਪੂਰਨ ਪਰਮਾਤਮਾ ਨੂੰ ਉਹ ਹਮੇਸ਼ਾ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ। ਤੇ ਸਾਹਿਬ ਕਹਿੰਦੇ ਨੇ ਅਸਲ ਵਿੱਚ ਸੁਖੀ ਉਹ ਹੈ ਜਿਹਨੇ ਹਿਰਦੇ 'ਚ ਰੱਬ ਨੂੰ ਵਸਾ ਲਿਆ। ਜੋ ਸੰਸਾਰ ਦੇ ਅੰਦਰ ਕੇਵਲ ਧਨ ਦੌਲਤ ਵਿੱਚੋਂ, ਸੰਸਾਰ ਦੇ ਪਦਾਰਥਾਂ ਵਿੱਚੋਂ ਸੁੱਖ ਲੱਭਣ ਦਾ ਯਤਨ ਕਰਦਾ ਹੈ, ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦੇ। ਉਹਨੂੰ ਇੱਕ ਵਕਤੀ ਸੁੱਖ ਜ਼ਰੂਰ ਪ੍ਰਾਪਤ ਹੁੰਦੇ ਨੇ, ਸਦੀਵੀ ਸੁੱਖ ਉਸਦੇ ਕੋਲ ਵੀ ਨਹੀਂ ਹੁੰਦਾ। ਤੋ ਸਾਹਿਬ ਕਹਿੰਦੇ ਨੇ ਗੁਣ ਨਿਦਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ, ਉਹ ਗੁਣਾਂ ਦੇ ਖਜ਼ਾਨੇ ਪ੍ਰਭੂ ਪਰਮਾਤਮਾ ਨੂੰ ਧਿਆਉਣ ਲੱਗ ਪੈਂਦਾ ਹੈ। ਤੇ ਸਾਹਿਬ ਕਹਿੰਦੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਹੇ ਨਾਨਕ, ਉਹ ਸਦੀਵੀ ਸੁਖੀ ਹੈ। ਉਹਦਾ ਜੀਵਨ ਸੰਸਾਰ ਦੇ ਉੱਤੇ, ਉਹਦਾ ਜਨਮ ਲੈਣਾ ਧਨਤਾ ਦੇ ਯੋਗ ਹੈ, ਉਹਦਾ ਜਨਮ ਸੰਸਾਰ ਤੇ ਆਉਣਾ ਮਹਾਨ ਹੈ। ਨਾਨਕ ਤਿਸ ਬਲਿਹਾਰੀ, ਨਾਨਕ ਐਸੀ ਰੂਹਾਂ ਤੋਂ, ਐਸੇ ਗੁਰਸਿੱਖਾਂ ਤੋਂ ਸਦਕੇ ਜਾਂਦਾ ਹੈ, ਬਲਿਹਾਰ ਜਾਂਦਾ ਹੈ, ਜੋ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲੈਂਦੇ ਨੇ, ਉਸ ਗੁਣਾਂ ਦੇ ਖਜ਼ਾਨੇ ਨੂੰ ਆਪਣੇ ਹਿਰਦੇ 'ਚ ਵਸਾ ਲੈਂਦੇ। ਗੁਰੂ ਕਿਰਪਾ ਕਰੇ ਇਹ ਰੱਬੀ ਦਾਤ ਸਾਡੇ ਸਾਰਿਆਂ ਦੀ ਝੋਲੀ 'ਚ ਸਤਿਗੁਰੂ ਜੀ ਪਾਉਣ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਸਾਰਿਆਂ ਦੀ ਝੋਲੀ 'ਚ ਪਾਉਣ। ਭੁੱਲਾਂ ਚੁੱਕਾਂ ਦੀ क्षमा, ਅਸੀਸ ਬਖਸ਼ੋ, ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।